Hello students, how are you? We were discussing fifth lesson, the Barbers Trade Union in previous video and we have completed intro. Today we are going to read the summary of this lesson. Let's start, let's read. Chandu is the barber boy of the narrator's village. जो चंदू है ਉਹ ਨਰੇਟਰ ਦੀ ਪਿੰਡ ਦਾ ਬਾਰਬਰ ਬॉय ਹੈ। He has place in the history of India. ਉਸ ਦਾ ਭਾਰਤ ਦੇ ਇਤਿਹਾਸ ਵਿੱਚ ਆਪਣੀ ਜਗ੍ਹਾ ਹੈ, ਆਪਣਾ ਸਥਾਨ ਹੈ as one of the makers of modern India. ਮਾਡਰਨ ਇੰਡੀਆ ਦੇ ਮੇਕਰ ਵਜੋਂ, ਆਧੁਨਿਕ ਭਾਰਤ ਦੇ ਨਿਰਮਾਤਾ ਵਜੋਂ ਭਾਰਤ ਦੇ ਇਤਿਹਾਸ ਵਿੱਚ ਉਸ ਦੀ ਆਪਣੀ ਜਗ੍ਹਾ ਹੈ, ਆਪਣੀ ਥਾਂ ਹੈ। He has done something which has great significance. ਉਸਨੇ ਕੁਝ ਐਸਾ ਕੀਤਾ ਜਿਸ ਦਾ ਬਹੁਤ ਜ਼ਿਆਦਾ ਮਹੱਤਵ ਹੈ, ਜਿਸ ਦਾ ਸਿਗਨੀਫਿਕੈਂਸ ਬਹੁਤ ਜ਼ਿਆਦਾ ਹੈ, ਜਿਸ ਦਾ ਮਹੱਤਵ ਬਹੁਤ ਜ਼ਿਆਦਾ ਹੈ। But he never had any idea about his greatness. ਲੇਕਿਨ ਉਸ ਨੂੰ ਆਪਣੀ ਮਹਾਨਤਾ ਬਾਰੇ ਕੋਈ ਵਿਚਾਰ ਨਹੀਂ ਸੀ ਕਿ ਉਹ ਇੰਨਾ ਮਹਾਨ ਹੈ। The narrator knows him since his childhood. ਨਰੇਟਰ ਉਸ ਨੂੰ ਚਾਈਲਡਹੁੱਡ ਬਚਪਨ ਤੋਂ ਜਾਣਦਾ ਹੈ। They used to play together in the streets of their village near ਅੰਮ੍ਰਿਤਸਰ। ਔਰ ਉਹ ਆਪਣੇ ਪਿੰਡ ਦੀਆਂ ਗਲੀਆਂ ਦੇ ਵਿੱਚ ਇਕੱਠੇ ਖੇਡਿਆ ਕਰਦੇ ਸਨ ਜੋ ਅੰਮ੍ਰਿਤਸਰ ਦੇ ਨੇੜੇ ਸਨ। Their mothers felt happy to see them at play. ਉਹਨਾਂ ਦੀਆਂ ਜੋ ਮਦਰਸ ਸਨ, ਜੋ ਮਾਵਾਂ ਸਨ, ਉਹ ਖੁਸ਼ੀ ਮਹਿਸੂਸ ਕਰਦੀਆਂ ਸਨ ਉਹਨਾਂ ਨੂੰ ਖੇਡਦੇ ਹੋਏ ਦੇਖ ਕੇ। ਚੰਦੂ was the narrator senior by 6 months. ਜੋ ਚੰਦੂ ਸੀ ਉਹ 6 ਮਹੀਨੇ ਨਰੇਟਰ ਤੋਂ ਵੱਡਾ ਸੀ। He always took the lead in all matters. ਔਰ ਉਹ ਹਰ ਮਸਲਿਆਂ ਦੇ ਵਿੱਚ, ਔਰ ਉਹ ਹਰ ਕੰਮ ਦੇ ਵਿੱਚ, ਹਰ ਮੈਟਰ ਦੇ ਵਿੱਚ ਹਮੇਸ਼ਾ ਅਗਵਾਈ ਕਰਦਾ ਸੀ, ਹਮੇਸ਼ਾ ਅੱਗੇ ਹੋ ਕੇ ਕੰਮ ਕਰਦਾ ਸੀ। The narrator always followed him. ਔਰ ਜੋ ਨਰੇਟਰ ਸੀ, ਜੋ ਉਸਦਾ ਦੋਸਤ ਸੀ, ਜੋ ਚੰਦੂ ਦਾ ਦੋਸਤ ਨਰੇਟਰ ਸੀ, ਉਹ ਹਮੇਸ਼ਾ ਉਸ ਨੂੰ ਫੋਲੋ ਕਰਦਾ, ਚੰਦੂ ਨੂੰ ਫੋਲੋ ਕਰਦਾ ਕਿਉਂਕਿ ਹੀ ਵਾਜ਼ ਐਨ ਐਕਸਪਰਟ ਕੈਚਿੰਗ ਵਾਸਪਸ। ਕਿਉਂਕਿ ਉਹ ਮਾਹਿਰ ਸੀ। ਜਿਹੜਾ ਚੰਦੂ ਸੀ ਉਹ ਕਿਸ ਕੰਮ ਦੇ ਵਿੱਚ ਐਕਸਪਰਟ ਸੀ? ਵਾਸਪ ਨੂੰ ਪਕੜਨ ਦੇ ਵਿੱਚ, ਭਰਿੰਡਾਂ ਨੂੰ ਪਕੜਨ ਦੇ ਵਿੱਚ, ਭੁੰਡਾਂ ਨੂੰ ਪਕੜਨ ਦੇ ਵਿੱਚ। ਔਰ ਉਹ ਕੀ ਕਰਦਾ ਸੀ? ਟੇਕਿੰਗ ਦਾ ਪੋਇਜ਼ਨ ਆਊਟ ਆਫ ਦੇਅਰ ਟੇਲਸ। ਉਹਨਾਂ ਦੀਆਂ ਪੂਛਾਂ ਤੋਂ ਜ਼ਹਿਰ ਕੱਢਦਾ। ਟਾਈਂਗ ਦੇ ਟੇਲਸ ਵਿਦ ਅ ਥ੍ਰੈਡ। ਔਰ ਇੱਕ ਧਾਗੇ ਦੇ ਨਾਲ ਉਹਨਾਂ ਦੀਆਂ ਪੁੱਛਾਂ ਨੂੰ ਬੰਨ੍ਹ ਦਿੰਦਾ। ਐਂਡ ਮੇਕਿੰਗ ਦੈਮ ਫਲਾਈ। ਔਰ ਹਵਾ ਵਿੱਚ ਉਹਨਾਂ ਨੂੰ ਉਡਾਉਂਦਾ। ਬਟ ਦ ਨਰੇਟਰ ਯੂਜ਼ ਟੂ ਬੀ ਸਟੰਗ ਔਨ ਹਿਸ ਚੀਕਸ ਇਫ ਹੀ ਵੈਂਟ ਨੀਅਰ ਦ ਵਾਸਪ। ਕਿਉਂਕਿ ਨਰੇਟਰ ਉਸ ਨੂੰ ਫੋਲੋ ਕਰਦਾ ਸੀ। ਆਖੇ ਜਦੋਂ ਨਰੇਟਰ ਭਰਿੰਡਾਂ ਦੇ ਲਾਗੇ ਜਾਂਦਾ ਸੀ, ਜਦੋਂ ਨਰੇਟਰ ਵਾਸਪ ਦੇ ਲਾਗੇ ਜਾਂਦਾ ਸੀ, ਭਰਿੰਡਾਂ ਦੇ ਲਾਗੇ ਜਾਂਦਾ ਸੀ, ਤਾਂ ਜੋ ਭਰਿੰਡਾਂ ਸਨ ਉਹ ਉਸ ਦੀਆਂ ਗੱਲਾਂ ਦੇ ਉੱਪਰ ਡੰਕ ਮਾਰਦੀਆਂ ਸਨ, ਸਟੰਗ ਕਰਦੀਆਂ ਸਨ, ਡੰਕ ਮਾਰਦੀਆਂ ਸਨ। The narrator considered Chandu to be perfect because he could make and fly kites of very good designs. ਜੋ ਨਰੇਟਰ ਸੀ ਉਹ ਸਮਝਦਾ ਸੀ, ਕੰਸੀਡਰਡ, ਚੰਦੂ ਨੂੰ ਸੰਪੂਰਨ ਸਮਝਦਾ ਸੀ ਵੀ ਉਹ ਹਰ ਕੰਮ ਦੇ ਵਿੱਚ ਸੰਪੂਰਨ ਹੈ ਕਿਉਂਕਿ ਉਹ ਬਣਾ ਸਕਦਾ ਸੀ। ਹੀ ਕੁਡ ਮੇਕ ਕੀ ਬਣਾ ਸਕਦਾ ਸੀ ਔਰ ਉਡਾ ਵੀ ਸਕਦਾ ਸੀ। ਉਹ ਪਤੰਗਾਂ ਵਧੀਆ ਕਿਸਮਾਂ ਦੀਆਂ, ਵਧੀਆ ਡਿਜ਼ਾਈਨ ਦੀਆਂ ਬਣਾ ਵੀ ਸਕਦਾ ਸੀ ਔਰ ਉਹਨਾਂ ਨੂੰ ਉਡਾ ਵੀ ਸਕਦਾ ਸੀ। ਐਟ ਸਕੂਲ ਚੰਦੂ ਵਾਜ਼ ਨਾਟ ਸੋ ਗੁੱਡ ਐਟ ਡੂਇੰਗ ਸਮਸ ਐਜ਼ ਦਾ ਨਰੇਟਰ। ਲੇਕਿਨ ਸਕੂਲ ਦੇ ਵਿੱਚ ਚੰਦੂ ਕਮਜ਼ੋਰ ਸੀ ਸਮ ਕਰਨ ਦੇ ਵਿੱਚ ਕਿਉਂਕਿ ਹਿਜ਼ ਫਾਦਰ ਪੁੱਟ ਹਿਮ ਇਨ ਲਰਨਿੰਗ ਦਾ ਟ੍ਰੇਡ ਆਫ ਅ ਬਾਰਬਰ। ਕਿਉਂਕਿ ਉਸ ਦੇ ਪਿਤਾ ਨੇ ਉਸ ਨੂੰ ਲਗਾ ਦਿੱਤਾ। ਕਿਹੜਾ ਕੰਮ ਸਿਖਾਉਣ ਦੇ ਵਿੱਚ ਲਗਾ ਦਿੱਤਾ? ਇੱਕ ਬਾਰਬਰ ਦਾ ਕੰਮ ਸਿਖਾਉਣ ਦੇ ਵਿੱਚ, ਇੱਕ ਨਾਈ ਦਾ ਕੰਮ ਸਿਖਾਉਣ ਦੇ ਵਿੱਚ। ਹਿਜ਼ ਫਾਦਰ ਯੂਜ਼ ਟੂ ਸੈਂਡ ਹਿਮ ਟੂ ਵਿਲੇਜਸ ਫॉर ਹੇਅਰ ਕਟਿੰਗ। ਔਰ ਉਸ ਦਾ ਪਿਤਾ ਚੰਦੂ ਨੂੰ ਪਿੰਡ ਪਿੰਡ ਭੇਜਿਆ ਕਰਦਾ ਸੀ ਹੇਅਰ ਕਟਿੰਗ ਦੇ ਲਈ। ਹੀ ਹੈਡ ਨੋ ਟਾਈਮ ਫॉर ਡੂਇੰਗ ਹੋਮਵਰਕ। ਔਰ ਉਸ ਦੇ ਕੋਲ ਸਮਾਂ ਨਹੀਂ ਹੁੰਦਾ ਸੀ ਸਕੂਲ ਵਰਕ ਕਰਨ ਦਾ, ਹੋਮਵਰਕ ਕਰਨ ਦਾ। ਬਟ ਹੀ ਵਾਜ਼ ਗੁੱਡ ਐਟ ਰਿਸਾਈਟਿੰਗ ਪੋਇਟਰੀ। ਲੇਕਿਨ ਉਹ ਪੋਇਟਰੀ ਯਾਦ ਕਰਨ ਦੇ ਵਿੱਚ, ਕਵਿਤਾਵਾਂ ਯਾਦ ਕਰਨ ਵਿੱਚ ਬਹੁਤ ਚੰਗਾ ਸੀ। ਔਰ ਹੀ ਰਿਮੈਂਬਰਡ ਆਲ ਦਾ ਵਰਸਸ ਇਨ ਦ ਟੈਕਸਟ ਬੁੱਕ। ਉਸ ਨੂੰ ਕਿਤਾਬਾਂ ਵਿਚਲੀਆਂ ਸਾਰੀਆਂ ਜੋ ਵਰਸਸ ਸਨ, ਜੋ ਸਾਰੀਆਂ ਕਵਿਤਾਵਾਂ ਸਨ, ਉਸ ਨੂੰ ਯਾਦ ਸਨ, ਰਿਮੈਂਬਰ ਸਨ। ਦ ਨਰੇਟਰਸ ਮਦਰ
did not feel happy when Chandu won a scholarship at school while the narrator had to pay fees to be taught. ਜੋ ਨਰੇਟਰ ਦੀ ਮਦਰ ਸੀ ਉਹ ਖੁਸ਼ ਨਹੀਂ ਸੀ ਜਦੋਂ ਚੰਦੂ ਨੂੰ ਸਕੂਲ ਦੇ ਵਿੱਚ ਸਕਾਲਰਸ਼ਿਪ ਮਿਲਦੀ ਸੀ ਤਾਂ ਨਰੇਟਰ ਦੀ ਮਦਰ ਖੁਸ਼ ਨਹੀਂ ਸੀ। ਉਹ ਖੁਸ਼ੀ ਮਹਿਸੂਸ ਨਹੀਂ ਕਰਦੀ ਸੀ ਜਦੋਂ ਚੰਦੂ ਨੂੰ ਸਕੂਲ ਦੇ ਵਿੱਚ ਸਕਾਲਰਸ਼ਿਪ ਵਜ਼ੀਫਾ ਮਿਲਦਾ ਸੀ, ਜਦੋਂ ਕਿ ਨਰੇਟਰ ਨੂੰ ਫੀਸ ਭਰਨੀ ਪੈਂਦੀ ਸੀ ਪੜ੍ਹਾਈ ਕਰਨ ਦੇ ਲਈ, ਹੈਡ ਟੂ ਪੇ ਫੀ ਟੂ ਬੀ ਟੌਟ, ਜਦੋਂ ਕਿ ਚੰਦੂ ਨੂੰ ਟੌਟ ਦੇ ਲਈ ਪੜ੍ਹਾਈ ਕਰਨ ਦੇ ਲਈ ਫੀਸ ਦੇਣੀ ਪੈਂਦੀ ਸੀ। ਸ਼ੀ ਕੰਸਟੈਂਟਲੀ ਟੋਲਡ ਦਾ ਨਰੇਟਰ, ਉਹ ਲਗਾਤਾਰ ਨਰੇਟਰ ਨੂੰ ਕਹਿੰਦੀ ਸੀ ਕਿ ਨੋਟ ਟੂ ਪਲੇ ਵਿਦ ਚੰਦੂ, ਕਿ ਚੰਦੂ ਨਾਲ ਨਾ ਖੇਡੇ, ਬਾਈ ਸੇਇੰਗ, ਇਹ ਕਹਿ ਕੇ ਕਿ ਦੈਟ ਹੀ ਵਾਜ਼ ਅ ਲੋ ਕਾਸਟ ਬॉय, ਕਿ ਉਹ ਇੱਕ ਨੀਵੀਂ ਜਾਤ ਦਾ ਲੜਕਾ ਸੀ। ਐਂਡ ਹੀ ਮਸਟ ਕੀਪ ਅਪ ਦਾ ਸਟੇਟਸ ਆਫ ਕਾਸਟ ਐਂਡ ਕਲਾਸ, ਔਰ ਉਸਨੂੰ ਆਪਣੀ ਕਾਸਟ ਦਾ, ਆਪਣੀ ਜਾਤੀ ਦਾ ਔਰ ਆਪਣੇ ਜੋ ਕਲਾਸ ਦਾ ਜੋ ਰੁਤਬਾ ਹੈ ਉਸ ਨੂੰ ਬਣਾਈ ਰੱਖਣਾ ਚਾਹੀਦਾ ਹੈ। ਵੀ ਜਿਹੜੀ ਉਸ ਦੀ ਜਾਤ ਹੈ, ਜਿਹੜੀ ਉਸ ਦਾ ਰੁਤਬਾ, ਉਸ ਨੂੰ ਉਹ ਕਾਇਮ ਰੱਖੇ। ਇਸ ਕਰਕੇ ਉਹ ਚੰਦੂ ਦੇ ਨਾਲ ਨਾ ਖੇਡੇ, ਕਿਉਂਕਿ ਚੰਦੂ ਕਿਹੜੀ ਜਾਤ ਦਾ ਸੀ? ਲੋ ਕਾਸਟ ਦਾ ਸੀ। ਦ ਨਰੇਟਰ ਹੈਡ ਨੋ ਸੈਂਸ ਆਫ ਸੁਪੀਰੀਅਰਿਟੀ ਆਫ ਹਿਸ ਕਲਾਸ ਔਰ ਕਾਸਟ, ਲੇਕਿਨ ਚੰਦੂ ਅੰਦਰ ਇਸ ਤਰ੍ਹਾਂ ਦੀ ਕੋਈ ਭਾਵਨਾ ਨਹੀਂ ਸੀ ਆਪਣੇ ਰੁਤਬੇ ਦੀ, ਆਪਣੀ ਜਾਤ ਦੀ ਸੁਪੀਰੀਅਰਿਟੀ ਬਾਰੇ, ਆਪਣੇ ਰੁਤਬੇ ਔਰ ਆਪਣੀ ਜਾਤ ਦੀ ਸ੍ਰੇਸ਼ਟਤਾ ਬਾਰੇ, ਸਰਵਸ਼੍ਰੇਸ਼ਟਤਾ ਬਾਰੇ ਉਸ ਦੇ ਅੰਦਰ ਕੋਈ ਐਸੀ ਭਾਵਨਾ ਨਹੀਂ ਸੀ। ਹਿਜ਼ ਮਦਰ ਯੂਜ਼ ਟੂ ਪੁੱਟ ਅ ਰੈੱਡ ਕਾਸਟ ਮਾਰਕ ਔਨ ਹਿਜ਼ ਫੋਰਹੈਡ ਐਵਰੀ ਮੋਰਨਿੰਗ, ਔਰ ਉਸ ਦੀ ਮਦਰ ਹਰ ਸਵੇਰੇ ਉਸ ਦੇ ਮੱਥੇ 'ਤੇ ਤਿਲਕ ਲਗਾਇਆ ਕਰਦੀ ਸੀ। ਐਂਡ ਹੀ ਪੁੱਟ ਔਨ ਅਚਕਿਨ, ਔਰ ਉਹ ਕੀ ਪਹਿਨਦਾ ਸੀ? ਅਚਕਿਨ, ਦਾ ਟਾਈਟ ਟਰਾਊਜ਼ਰ, ਜੋ ਟਾਈਟ ਟਰਾਊਜ਼ਰ ਪਹਿਨਦਾ ਸੀ। ਗੋਲਡ ਵਰਕਡ ਸ਼ੂਜ਼, ਜੁੱਤੀ ਜਿਸ ਉੱਪਰ ਕਢਾਈ ਕੀਤੀ ਹੁੰਦੀ ਸੀ। ਐਂਡ ਦਾ ਸਿਲਕ ਟਰਬਨ, ਉਹ ਰੇਸ਼ਮੀ ਰੰਗ ਦੀ ਪਗੜੀ ਪਹਿਨਦਾ ਸੀ ਜੋ ਨਰੇਟਰ ਸੀ। ਔਰ ਹੀ ਵਾਂਟ ਟੂ ਵੇਅਰ ਕਲੋਥਸ ਲਾਈਕ ਚੰਦੂ, ਲੇਕਿਨ ਉਹ ਚਾਹੁੰਦਾ ਸੀ ਚੰਦੂ ਦੀ ਤਰ੍ਹਾਂ ਕੱਪੜੇ ਪਹਿਨਣਾ। ਔਰ ਚੰਦੂ ਕੀ ਪਹਿਨਿਆ ਕਰਦਾ ਸੀ? ਚੰਦੂ ਯੂਜ਼ ਟੂ ਵੇਅਰ ਅ ਪੇਅਰ ਆਫ ਖਾਕੀ ਸ਼ਾਰਟਸ, ਔਰ ਚੰਦੂ ਪਹਿਨਿਆ ਕਰਦਾ ਸੀ ਖਾਕੀ ਰੰਗ ਦੀ ਸ਼ਾਰਟਸ, ਨਿੱਕਰ, ਵਿਚ ਦਾ ਰਿਟਾਇਰਡ ਸੂਬੇਦਾਰ ਹੈਡ ਗਿਵਨ ਹਿਮ, ਉਹ ਵੀ ਉਸਦੇ ਆਪਣੇ ਨਹੀਂ ਸੀ। ਉਹ ਕਿਸ ਦੀ ਖਾਕੀ ਸ਼ਾਰਟ ਸੀ? ਉਹ ਇੱਕ ਰਿਟਾਇਰਡ ਸੂਬੇਦਾਰ ਨੇ ਉਸ ਨੂੰ ਦਿੱਤੀ ਸੀ। ਅ ਬਲੈਕ ਵੈਲਵਟ ਵੈਸਟ ਕੋਟ, ਔਰ ਇੱਕ ਕਾਲੇ ਰੰਗ ਦਾ ਵੇਸਟ ਕੋਟ ਸੀ। ਐਂਡ ਅ ਰਾਊਂਡ ਕੈਪ, ਔਰ ਉਸਦੇ ਕੋਲ ਇੱਕ ਟੋਪੀ ਸੀ ਵਿਚ ਹੈਡ ਵਨਸ ਬਿਲੋਂਗ ਟੂ ਲਾਲਾ ਹੁਕਮ ਚੰਦ, ਜੋ ਕਿਸ ਦੀ ਟੋਪੀ ਸੀ? ਉਹ ਲਾਲਾ ਹੁਕਮ ਚੰਦ ਦੀ ਸੀ। ਹੁਣ ਉਹ ਕਿਸ ਕੋਲ ਸੀ? ਚੰਦੂ ਕੋਲ ਸੀ। ਔਰ ਲਾਲਾ ਹੁਕਮ ਚੰਦ ਕੌਣ ਹੈ? ਦ ਲਾਇਰ ਆਫ ਦੇਅਰ ਵਿਲੇਜ, ਉਹਨਾਂ ਦੇ ਪਿੰਡ ਦਾ ਵਕੀਲ। ਥੈਂਕਸ।